ਉਹ 84 ਪਿੰਡਾਂ ਦਾ ਮਾਲਕ ਜਿਸ ਦਾ ਨਾਮ ਹੈ ਨਿਹੰਗ ਖਾਨ। ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਨਮੁਖ ਹੱਥ ਜੋੜ ਕੇ ਕਹਿਣ ਲੱਗਾ ਕਿ ਪਾਤਸ਼ਾਹ ਮੇਰੇ ਜੁਮੇ ਕੀ ਸੇਵਾ ਦਿੰਦੇ ਹੋ। ਜਦੋਂ ਤੁਸੀਂ ਜਾਫਰ ਬੇਗ ਨੂੰ ਕਿਹਾ ਸੀ ਕਿ ਇਸ ਕਮਰੇ ਦੇ ਵਿੱਚ ਮੇਰਾ ਧੀ ਔਰ ਮੇਰਾ ਜਵਾਈ ਆਰਾਮ ਪਏ ਕਰਦੇ ਨੇ, ਉਹਨਾਂ ਨੇ ਸਦਰ ਰੱਖਿਆ ਹੋਇਆ ਹੈ, ਤਾਂ ਉਸੇ ਵਕਤ ਭਾਈ ਬਚਿੱਤਰ ਸਿੰਘ ਨੂੰ ਮੈਂ ਆਪਣਾ ਪਤੀ ਸਵੀਕਾਰ ਕਰਦੇ ਹੋਏ ਇਹ ਪ੍ਰਣ ਕੀਤਾ ਸੀ ਕਿ ਚਾਹੇ ਭਾਈ ਬਚਿੱਤਰ ਸਿੰਘ ਜਾਮੇ ਸ਼ਹਾਦਤ ਦਾ ਜਾਮ ਪੀ ਜਾਣ, ਚਾਹੇ ਉਹ 9 ਬਰ 9 ਹੋ ਜਾਣ, ਪਰ ਅੱਜ ਤੋਂ ਬਾਅਦ ਮੈਂ ਜ਼ਿੰਦਗੀ ਦੇ ਵਿੱਚ ਉਹਨਾਂ ਤੋਂ ਸਿਵਾ ਹੋਰ ਨਿਕਾਹ ਨਹੀਂ ਕਰਵਾਵਾਂਗੀ। ਮੈਂ ਉਹਨਾਂ ਨੂੰ ਹੀ ਆਪਣਾ ਅੰਤਿਮ ਪਤੀ ਸਵੀਕਾਰ ਕੀਤਾ ਹੈ। महाराज इत्थों जो इशनान किया खूह भी पुरातन है जी, तो महाराज वर भी दे के गए इत्थे खूह ते इशनान करके फिर पुत्र होया सीगा। जो शास्त्र ने गुरु गोबिंद सिंह महाराज जी दे के गए सीगे निहंग खान जी नूं जी, ते बाबा बचित्तर सिंह जी जो कि खंजर हुंदा सीगा वो भी है, जो गड़वा सीगा वो भी इत्थे शिरबोत दे। ਜਦੋਂ ਅਸੀਂ ਨਿਹੰਗ ਖਾਨ ਦੀ ਗੱਲ ਕਰਦੇ ਹਾਂ, ਚਾਹੇ ਉਹ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਦੇ ਆ, ਪਰ ਗੁਰੂ ਨਾਨਕ ਦੇ ਧਰਮ ਦੇ ਉੱਪਰ ਕਿੰਨਾ ਵੱਡਾ ਉਹਨਾਂ ਦਾ ਵਿਸ਼ਵਾਸ ਹੈ। ਪੰਜਾਬੀ ਵਿਰਾਸਤ USA ਚੈਨਲ ਦੇ ਨਾਲ ਜੁੜਿਓ। ਮੈਂ ਰਜਿੰਦਰ ਸਿੰਘ ਸਭਰਾ। ਮੈਂ ਕੋਟਲਾ ਨਿਹੰਗ ਖਾਨ ਦੇ ਵਿੱਚ ਖੜਾ ਹਾਂ, ਜਿਹੜਾ ਰੋਪੜ ਤੋਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਉਹ ਪਿੰਡ ਹੈ ਜਿਸ ਪਿੰਡ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਚਰਨ ਛੋਹ ਪ੍ਰਾਪਤ ਕੀਤਾ ਹੈ। ਇੱਥੇ ਹੀ ਬਸ ਨਹੀਂ, ਸ਼ਮਸ਼ ਖਾਨ ਨੇ ਗੁਰੂ ਨਾਨਕ ਦੀ ਸਿੱਖੀ ਨੂੰ ਧਾਰਨ ਕੀਤਾ ਔਰ ਇਸ ਤੋਂ ਬਾਅਦ 7ਵੇਂ 8ਵੇਂ ਅਤੇ 9ਵੇਂ ਪਾਤਸ਼ਾਹ ਤੋਂ ਬਾਅਦ 10ਵੇਂ ਪਾਤਸ਼ਾਹ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਸ ਨਗਰੀ ਦੇ ਵਿੱਚ ਪਧਾਰੇ। ਉਹ ਸਮਾਂ ਜਦੋਂ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਨੂੰ 7 ਮਹੀਨੇ ਦੇ ਦਰਮਿਆਨ ਘੇਰਾ ਪਿਆ ਔਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਅਕਾਲ ਪੁਰਖ ਦੇ ਭਾਣੇ ਦੇ ਵਿੱਚ ਉਸ ਕਿਲੇ ਨੂੰ ਛੱਡ ਦਿੱਤਾ। ਆਨੰਦਾਂ ਦੀ ਪੁਰੀ ਛੱਡ ਕੇ ਸਰਸਾ ਨਦੀ ਦੇ ਕੰਢੇ ਜੰਗ ਹੋਣ ਤੋਂ ਬਾਅਦ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਆਰੇ ਸਿੱਖ ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਦਾ ਜੁਮਾ ਕਿਸੇ ਪਿਆਰੇ ਸਿੱਖ ਨੂੰ ਦੇਣ ਵਾਸਤੇ ਇਸ ਨਗਰੀ ਦੇ ਵਿੱਚ ਆਨ ਆਪਣੇ ਚਰਨ ਪਾਏ। ਇਸ ਨਗਰੀ ਦੇ ਵਿੱਚ ਰਹਿਣ ਵਾਲਾ ਉਹ 84 ਪਿੰਡਾਂ ਦਾ ਮਾਲਕ ਜਿਸ ਦਾ ਨਾਮ ਹੈ ਨਿਹੰਗ ਖਾਨ। ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਤਾਂ ਉਸ ਵਕਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਸਨਮੁਖ ਹੱਥ ਜੋੜ ਕੇ ਕਹਿਣ ਲੱਗਾ ਕਿ ਪਾਤਸ਼ਾਹ ਮੇਰੇ ਜੁਮੇ ਕੀ ਸੇਵਾ ਦਿੰਦੇ ਹੋ। ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਨਿਹੰਗ ਖਾਨ ਭਾਈ ਬਚਿੱਤਰ ਸਿੰਘ ਜ਼ਖਮਾਂ ਦੇ ਨਾਲ ਫੱਟੜ ਹੋਇਆ ਪਿਆ ਹੈ, ਇਸ ਦੀ ਸੇਵਾ ਦਾ ਜੁਮਾ ਤੇਰੇ ਜੁਮੇ ਦਿੰਦੇ ਹਾਂ। ਇੰਨੇ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਵੱਲ ਹੋ ਪਧਾਰੇ, ਪਰ ਕਿਸੇ ਨੇ ਰੋਪੜ ਦੇ ਪਠਾਨ ਜਾਫਰ ਬੇਗ ਦੇ ਪਾਸ ਜਾ ਸ਼ਿਕਾਇਤ ਕੀਤੀ ਔਰ ਇੰਨੇ ਨੂੰ ਰੋਪੜ ਦਾ ਪਠਾਨ ਜਾਫਰ ਬੇਗ ਆਪਣੀਆਂ ਫੌਜਾਂ ਲੈ ਕੇ ਨਿਹੰਗ ਖਾਨ ਦੀ ਆਣ ਹਵੇਲੀ ਦੇ ਵਿੱਚ ਪੁੱਜਾ। ਸਾਰੀ ਹਵੇਲੀ ਦੀ ਤਲਾਸ਼ੀ ਲਈ ਗਈ। ਉਸ ਕਮਰੇ ਦੇ ਦਰਵਾਜ਼ੇ ਦੇ ਮੂਹਰੇ ਆਇਆ ਜਿਸ ਕਮਰੇ ਨੂੰ ਬਾਹਰ ਤੋਂ ਤਾਲਾ ਲੱਗਾ ਹੋਇਆ ਸੀ। ਨਿਹੰਗ ਖਾਨ ਨੂੰ ਪਾਸ ਬੁਲਾ ਕੇ ਜਾਫਰ ਬੇਗ ਕਹਿਣ ਲੱਗਾ ਕਿ ਇਸ ਕਮਰੇ ਨੂੰ ਤਾਲਾ ਲੱਗਣ ਦਾ ਕਾਰਨ ਕੀ ਹੈ। ਨਿਹੰਗ ਖਾਨ ਨੇ ਆਖਿਆ ਕਿ ਪਠਾਨ ਸਾਹਿਬ, ਇਸ ਕਮਰੇ ਦੇ ਵਿੱਚ ਮੇਰੀ ਧੀ ਮੇਰਾ ਜਵਾਈ ਸੁੱਤੇ ਪਏ ਨੇ, ਉਹ ਆਰਾਮ ਪਏ ਕਰਦੇ ਨੇ, ਉਹਨਾਂ ਨੇ ਸਦਰ ਰੱਖਿਆ ਹੋਇਆ ਹੈ। ਪੱਕਾ ਮੁਸਲਮਾਨ ਹੋਣ ਕਾਰਨ ਵਿਸ਼ਵਾਸ ਕਰਕੇ ਉਹ ਜਾਫਰ ਬੇਗ ਇਸ ਜਗ੍ਹਾ ਤੋਂ ਚਲਾ ਗਿਆ। ਪਰ ਕੁਝ ਸਮੇਂ ਬਾਅਦ ਭਾਈ ਬਚਿੱਤਰ ਸਿੰਘ ਜ਼ਖਮਾਂ ਦੀ ਤਾਂਬ ਨਾ ਚੱਲਦਾ ਹੋਇਆ ਜਾਮੇ ਸ਼ਹਾਦਤ ਦਾ ਜਾਮ ਪੀ ਗਿਆ। ਇੱਕ ਦਿਨ ਸਾਰਾ ਪਰਿਵਾਰ ਆਪਸ ਦੇ ਵਿੱਚ ਸਲਾਹਾਂ ਪੈ ਕਰਦੇ ਸਨ ਕਿ ਸਾਡੀ ਬੱਚੀ ਮੁਟਿਆਰ ਹੋ ਚੁੱਕੀ ਹੈ, ਹੁਣ ਬੱਚੀ ਦਾ ਨਿਕਾਹ ਕਰ ਦੇਣਾ ਚਾਹੀਦਾ ਹੈ। ਜਦੋਂ ਆਪਸ ਦੇ ਵਿੱਚ ਵਾਰਤਾਲਾਪ ਹੋਇਆ ਤਾਂ ਮੁਮਤਾਜ਼ ਦੇ ਕੰਨਾਂ ਦੇ ਵਿੱਚ ਨਿਹੰਗ ਖਾਨ ਦੇ ਪਰਿਵਾਰ ਦੇ ਕਹੇ ਹੋਏ ਇਹ ਸ਼ਬਦ ਪਏ,
ਆਪਣੇ ਅੱਬਾ ਜਾਨ ਦੇ ਸਾਹਮਣੇ ਹੋ ਕੇ ਬੇਟੀ ਮੁਮਤਾਜ਼ ਨੇ ਕਹਿਣਾ ਸ਼ੁਰੂ ਕੀਤਾ, ਅੱਬਾ ਜਾਨ ਮੈਂ ਆਪਣਾ ਨਿਕਾਹ ਕਰਵਾ ਚੁੱਕੀ ਹਾਂ, ਮੈਂ ਆਪਣਾ ਸਿਰ ਦਾ ਸੁਹਾਗ ਇੱਕ ਐਸੇ ਇਨਸਾਨ ਨੂੰ ਮੰਨ ਚੁੱਕੀ ਹਾਂ ਜਿਸ ਨੇ ਗੁਰੂ ਦੀ ਅਪਾਰ ਬਖਸ਼ਿਸ਼ ਨੂੰ ਹਾਸਲ ਕੀਤਾ ਹੈ। ਜਦੋਂ ਨਿਹੰਗ ਖਾਂ ਨੇ ਸਵਾਲ ਦਾ ਜਵਾਬ ਪੁੱਛਿਆ ਤਾਂ ਇਸ ਬੱਚੀ ਨੇ ਆਖਿਆ ਕਿ ਧਰਮੀ ਧੀਆਂ ਧਰਮੀ ਮਾਪਿਆਂ ਦੇ ਕਹਿਣ ਦੇ ਉੱਪਰ ਹੀ ਚੱਲਦੀਆਂ ਹਨ। ਉਹ ਦਿਨ ਨੂੰ ਯਾਦ ਕਰੋ ਜਦੋਂ ਤੁਸੀਂ ਜਾਫਰ ਬੇਗ ਨੂੰ ਕਿਹਾ ਸੀ ਕਿ ਇਸ ਕਮਰੇ ਦੇ ਵਿੱਚ ਮੇਰਾ ਧੀ ਔਰ ਮੇਰਾ ਜਵਾਈ ਆਰਾਮ ਪਏ ਕਰਦੇ ਨੇ, ਉਹਨਾਂ ਨੇ ਸਦਰ ਰੱਖਿਆ ਹੋਇਆ ਹੈ, ਤਾਂ ਉਸੇ ਵਕਤ ਭਾਈ ਬਚਿੱਤਰ ਸਿੰਘ ਨੂੰ ਮੈਂ ਆਪਣਾ ਪਤੀ ਸਵੀਕਾਰ ਕਰਦੇ ਹੋਏ ਇਹ ਪ੍ਰਣਿਕ ਕੀਤਾ ਸੀ ਕਿ ਚਾਹੇ ਭਾਈ ਬਚਿੱਤਰ ਸਿੰਘ ਜਾਮੇ ਸ਼ਹਾਦਤ ਦਾ ਜਾਮ ਪੀ ਜਾਣ, ਚਾਹੇ ਉਹ 9/9 ਹੋ ਜਾਣ, ਪਰ ਅੱਜ ਤੋਂ ਬਾਅਦ ਮੈਂ ਜ਼ਿੰਦਗੀ ਦੇ ਵਿੱਚ ਉਹਨਾਂ ਤੋਂ ਸਿਵਾ ਹੋਰ ਨਿਕਾਹ ਨਹੀਂ ਕਰਵਾਵਾਂਗੀ। ਮੈਂ ਉਹਨਾਂ ਨੂੰ ਹੀ ਆਪਣਾ ਅੰਤਿਮ ਪਤੀ ਸਵੀਕਾਰ ਕੀਤਾ ਹੈ। ਭਾਈ ਬਚਿੱਤਰ ਸਿੰਘ ਦੇ ਬਾਬਤ ਕਹੇ ਹੋਏ ਸ਼ਬਦ ਸੁਣ ਕੇ ਉਸ ਨਿਹੰਗ ਖਾਂ ਦੇ ਨੇਤਰਾਂ ਦੇ ਵਿੱਚੋਂ ਸ਼ਮ-ਸ਼ਮ ਹੰਝੂ ਪੈ ਕਰਦੇ ਸਨ। ਅੱਜ ਵੀ ਬੇਟੀ ਮੁਮਤਾਜ਼ ਦੀ ਯਾਦ ਦੇ ਵਿੱਚ ਬਣਿਆ ਇਹ ਆਲੀਸ਼ਾਨ ਗੁਰਦੁਆਰਾ ਸਾਹਿਬ ਹੈ, ਜਿਸ ਜਗ੍ਹਾ ਦੇ ਉੱਪਰ ਪੁਰਾਤਨ ਵਸਤਾਂ ਮੌਜੂਦ ਹਨ। ਉਹ ਅੰਗੀਠਾ ਸਾਹਿਬ ਮੌਜੂਦ ਹੈ, ਉਹ ਖੂਹ ਮੌਜੂਦ ਹੈ ਔਰ ਉਹ ਗੁਰੂ ਕੇ ਪਿਆਰੇ ਸਿੱਖਾਂ ਦੇ ਸ਼ਸਤਰ ਵੀ ਮੌਜੂਦ ਹਨ। ਜਦੋਂ ਵੀ ਇਸ ਜਗ੍ਹਾ ਦੇ ਉੱਪਰ ਆਓਗੇ ਜ਼ਰੂਰ ਆਪਣੇ ਪਰਿਵਾਰ ਦੇ ਸਮੇਤ ਦਰਸ਼ਨ ਦੀਦਾਰ ਕਰਕੇ ਜਾਣਾ। ਸਾਡੇ ਨਾਲ ਹੋਰ ਵੀ ਸ਼ਖਸੀਅਤਾਂ ਜੁੜੀਆਂ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਵਾਉਂਦੇ ਹਾਂ। ਵੀਰ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਜਾਣਕਾਰੀ ਇਹ ਲਵਾਂਗੇ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਜਿਹੜੀਆਂ ਸੰਬੰਧਿਤ ਕਿਹੜੀਆਂ ਵਸਤਾਂ ਇੱਥੇ ਮੌਜੂਦ ਨੇ? ਸਭ ਤੋਂ ਪਹਿਲਾਂ ਤਾਂ ਆਪਾਂ ਦੱਸ ਸਕਦੇ ਹਾਂ ਵੀ ਜਦੋਂ ਮਹਾਰਾਜ 6ਵੇਂ ਪਾਤਸ਼ਾਹ ਜੀ ਇੱਥੇ ਆਏ ਜੀ 52 ਰਾਜਿਆਂ ਨੂੰ ਛੁਡਾ ਕੇ, ਤੁਸੀਂ ਦੱਸਿਆ ਇਤਿਹਾਸ ਦੇ ਵਿੱਚ ਸਾਰਾ, ਤੇ ਮਹਾਰਾਜ ਇੱਥੋਂ ਜਦੋਂ ਇਸ਼ਨਾਨ ਕੀਤਾ ਸੀ, ਖੂਹ ਵੀ ਪੁਰਾਤਨ ਹੈਗਾ ਜੀ, ਤੇ ਮਹਾਰਾਜ ਵਰ ਵੀ ਦੇ ਕੇ ਗਏ ਇੱਥੇ ਖੂਹ 'ਤੇ ਇਸ਼ਨਾਨ ਕਰਕੇ ਫਿਰ ਪੁੱਤਰ ਹੋਇਆ ਸੀਗਾ ਜੀ, ਠੀਕ ਹੈ ਜੀ। ਤੇ ਉਸ ਤੋਂ ਬਾਅਦ ਬਹੁਤ ਗੁਰੂ ਆਏ, ਕਿਉਂਕਿ ਇਸ ਕਰਕੇ ਆਏ ਸੀ ਕਿਉਂਕਿ 6ਵੇਂ ਪਾਤਸ਼ਾਹ ਮਹਾਰਾਜ ਕਹਿ ਗਏ ਸੀਗੇ ਵੀ ਸਾਡੇ ਤੋਂ ਬਾਅਦ ਜਿੰਨੇ ਵੀ ਗੁਰੂ ਆਉਣਗੇ ਉਹ ਜ਼ਰੂਰ ਇਸ ਅਸਥਾਨ 'ਤੇ ਆਉਣਗੇ ਜੀ। ਤੇ ਬਾਅਦ 'ਚੋਂ 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ ਜੀ ਆਏ, 8ਵੇਂ ਪਾਤਸ਼ਾਹ ਆਏ, 9ਵੇਂ ਪਾਤਸ਼ਾਹ ਜਦੋਂ ਦਿੱਲੀ ਗਏ ਮਹਾਰਾਜ ਉਦੋਂ ਆਏ, ਤੇ 10ਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਇੱਥੇ ਬਾਬਾ ਬਚਿੱਤਰ ਸਿੰਘ ਜੀ ਨੂੰ ਜਿੱਦਾਂ ਤੁਸੀਂ ਇਤਿਹਾਸ 'ਚ ਦੱਸਿਆ ਜੀ, ਤੇ ਬਾਬਾ ਬਚਿੱਤਰ ਸਿੰਘ ਜੀ ਦਾ ਜੋ ਕਿ ਅੰਗੀਠਾ ਸਾਹਿਬ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ, ਜਿੱਥੇ ਤੁਸੀਂ ਦੱਸਿਆ ਸੀ ਵੀ ਨਿਹੰਗ ਖਾਂ ਜੀ ਨੇ ਆਪਣੀ ਧੀ ਤੇ ਜਵਾਈ ਨੂੰ, ਉਹ ਅੰਗੀਠਾ ਇਦਾਂ ਹੀ ਤਿਆਰ ਏ ਬਣਿਆ ਹੋਇਆ ਏ। ਤੇ ਉਸ ਤੋਂ ਬਾਅਦ ਜੋ ਸ਼ਾਸਤਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੇ ਗਏ ਸੀਗੇ ਨਿਹੰਗ ਖਾਂ ਜੀ ਨੂੰ ਜੀ, ਤੇ ਬਾਬਾ ਬਚਿੱਤਰ ਸਿੰਘ ਜੀ ਜੋ ਕਿ ਖੰਜਰ ਹੁੰਦਾ ਸੀਗਾ ਉਹ ਵੀ ਹੈ, ਜੋ ਗੜਵਾ ਸੀਗਾ ਉਹ ਵੀ ਇੱਥੇ ਸ਼ਿਰਬੋਤ ਦੇ, ਹੋਰ ਵੀ ਕਈ ਸ਼ਾਸਤਰ ਨੇ, ਜਿੱਦਾਂ ਕਿ ਢਾਲ, ਜਿੱਦਾਂ ਆਪਾਂ ਦੇਖਦੇ ਹਾਂ ਵੀ ਢਾਲ ਹੁੰਦੀ ਸੀ, ਉਹ ਵੀ ਜਦੋਂ ਗੁਰੂ ਘਰ ਦੀ ਉਸਾਰੀ ਹੋਈ ਸੀ ਉਦੋਂ ਇਹ ਸ਼ਾਸਤਰ ਪੁਰਾਣੇ ਨਿਕਲੇ ਸੀ, ਜਿੱਦਾਂ ਤੀਰ ਤੇ ਛੋਟੀ ਸ੍ਰੀ ਸਾਹਿਬ, ਕਈ ਤਰ੍ਹਾਂ ਦੇ ਇੱਥੇ ਸ਼ਾਸਤਰ ਨੇ। ਬਾਕੀ ਪੁਰਾਣੀਆਂ ਯਾਦਾਂ ਗੁਰੂ ਸਾਹਿਬ ਦੀਆਂ ਇੱਥੇ ਬਹੁਤ ਜੁੜੀਆਂ ਹੋਈਆਂ ਨੇ। ਤੇ ਹੋਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਵੀਰ ਜੀ ਇੱਕ ਸਵਾਲ ਹੈ ਕਿ ਜਦੋਂ ਅਸੀਂ ਨਿਹੰਗ ਖਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਇਸਲਾਮ ਧਰਮ ਦੇ ਨਾਲ ਸੰਬੰਧ ਰੱਖਦੇ ਆ, ਪਰ ਗੁਰੂ ਨਾਨਕ ਦੇ ਧਰਮ ਦੇ ਉੱਪਰ ਕਿੰਨਾ ਵੱਡਾ ਉਹਨਾਂ ਦਾ ਵਿਸ਼ਵਾਸ ਹੈ, ਕਿਉਂਕਿ ਉਹਨਾਂ ਹਾਲਾਤਾਂ ਦੇ ਵਿੱਚ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਿੱਖਾਂ ਦੀ ਸੇਵਾ ਕਰਦੇ ਆ, ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਇੱਕ ਪਾਸੇ ਹਕੂਮਤ ਦੁਸ਼ਮਣ ਬਣੀ ਹੋਈ ਹੈ। ਜੀ ਤੁਸੀਂ ਇਹ ਗੱਲ ਕਹਿਣਾ ਚਾਹੁੰਦੇ ਹੋ ਵੀ ਉਹ ਇੱਕ ਨਿਹੰਗ ਖਾਂ ਹੋ ਕੇ ਵੀ ਗੁਰੂ ਸਾਹਿਬ ਦੀ ਉਹਨਾਂ ਨੇ ਸੇਵਾ ਕੀਤੀ, ਪਰ ਵੇਖੋ ਜਿਨ੍ਹਾਂ ਨੂੰ ਐਡੀ ਵੱਡੀ ਬਖਸ਼ਿਸ਼ ਹੋਈ ਹੋਵੇ ਗੁਰੂ ਘਰ ਤੋਂ, ਤੇ ਪੁੱਤਰ ਨਹੀਂ ਸੀ, ਐ 84 ਪਿੰਡਾਂ ਦੇ ਮਾਲਕ ਸੀ ਸ਼ਮਜ ਖਾਨ। ਦੇਖੋ ਰਾਜ ਭਾਗ ਤੋਂ ਬਿਨਾਂ ਗੱਦੀਆਂ ਖਾਲੀ ਨੇ। ਹੁਣ ਜਦੋਂ ਸਾਨੂੰ ਕਿਸੇ ਗੁਰੂ ਦੇ ਕੋਲੋਂ ਆਪਣਾ ਕੋਈ ਸੁੱਖ ਮਿਲ ਜਾਵੇ, ਕਿਸੇ ਦਾ ਵੀਜ਼ਾ ਲੱਗ ਜਾਏ, ਤਾਂ ਸਾਨੂੰ ਉਹ ਗੁਰੂ ਨਾਲ ਪਿਆਰ ਹੋ ਜਾਂਦਾ ਹੈ। ਸਾਡਾ ਗੁਰੂ ਸਮਰੱਥ, ਜਦੋਂ ਉਹਨਾਂ ਨੂੰ ਇੱਛਾ ਪੂਰੀ ਹੋ ਗਈ ਤਾਂ ਗੁਰੂ ਘਰ ਦੇ ਨਾਲ ਉਹ ਜੁੜ ਗਏ, ਗੁਰੂ ਦੇ ਨਾਲ ਜੁੜ ਗਏ, ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਗੁਰੂ ਨਾਨਕ ਦੇਵ ਮਹਾਰਾਜ ਦੀ ਕਰਕੇ, ਤੇ ਵਿਸ਼ਵਾਸ ਸੀ, ਸੇਵਾ ਕੀਤੀ ਤਾਂ 2 ਪੁੱਤਰਾਂ ਦੀ, ਇੱਕ ਮੰਗਿਆ ਸੀ ਨਾ, ਤੇ ਮਹਾਰਾਜ ਕਹਿੰਦੇ ਤੇਰੇ ਮੱਥੇ ਦੀਆਂ ਲਕੀਰਾਂ, ਕਹਿੰਦੇ ਤੂੰ ਇੱਕ ਮੰਗਦਾ ਤੇਰੇ ਘਰਾਂ 2 ਹੋਣਗੇ। ਦੇਖੋ ਤੇ ਫਿਰ ਕਿੰਨੀ ਸ਼ਰਧਾ ਬਣ ਗਈ। ਇਸੇ ਕਰਕੇ ਉਹ ਸ਼ਰਧਾ ਹੋਰ ਵੱਧ ਗਈ ਜਦੋਂ ਮਹਾਰਾਜ ਨੇ ਨਾਮ ਰੱਖਿਆ ਸੀਗਾ। ਤੇ ਕਹਿੰਦੇ ਇਤਿਹਾਸਕਾਰ ਚਲੋ ਆਪਣੀ ਉਹਨਾਂ ਦੀ ਸੁਣਾਉਣ ਦੀ ਲਿਖਤ ਏ, ਕੋਈ ਦੱਸਦਾ ਕਿੱਦਾਂ ਦੱਸਦਾ, ਕੋਈ ਕਿੱਦਾਂ ਦੱਸਦਾ, ਸੁਣਨ 'ਚ ਆਇਆ, ਕਹਿੰਦੇ ਜਦੋਂ ਮਹਾਰਾਜ ਨੇ ਨਾਮ ਰੱਖਿਆ ਸੀ, ਮਹਾਰਾਜ ਨੇ ਰੱਖਿਆ ਸੀ ਨਿਹੰਗ, ਮਹਾਰਾਜ ਨੇ ਨਾਮ ਰੱਖਿਆ ਸੀ ਨਿਹੰਗ। ਮਹਾਰਾਜ ਉਹ ਸ਼ਮਜ ਖਾਂ ਕਹਿੰਦਾ ਮਹਾਰਾਜ ਇਹ ਕਿੱਦਾਂ ਦਾ ਨਾਂ ਰੱਖਤਾ? ਮਹਾਰਾਜ ਕਹਿੰਦੀ ਸਾਨੂੰ ਤਾਂ ਇਹੀ ਚੰਗਾ ਲੱਗਦਾ, ਤੂੰ ਖਾਂ ਕਹਿ ਲਿਆ ਕਰ,
ਠੀਕ ਹੈ ਜੀ। ਹੁਣ ਕਈ ਵਾਰੀ ਕਹਿੰਦੇ ਵੀ ਉਹ ਨਿਹੰਗ ਖਾਂ ਕਿੱਦਾਂ ਸੀਗਾ, ਹਨ ਜੀ, ਵੀ ਉਹ ਮੁਸਲਮਾਨ ਸੀ। ਇਸੇ ਕਰਕੇ ਮਹਾਰਾਜ ਨੇ ਨਾਮ ਰੱਖਿਆ ਸੀ ਕੋਟਲਾ ਨਿਹੰਗ ਖਾਂ। ਇਸ ਨਗਰ ਦਾ ਨਾਮ ਸੀ ਕੋਟ ਪਠਾਨ ਪਹਿਲਾਂ, ਤੇ ਉਹਨਾਂ ਦੇ ਨਾਮ ਤੋਂ ਹੀ ਇਸ ਨਗਰ ਦਾ ਨਾਮ ਚੇਂਜ ਹੋ ਗਿਆ ਸੀ, ਕੋਟਲਾ ਨਿਹੰਗ ਖਾਂ, ਇਸ ਕਰਕੇ ਹੀ ਜਾਣਿਆ ਜਾਂਦਾ ਹੈ। ਤੁਹਾਨੂੰ ਵੀ ਪਤਾ ਫਿਰ ਸ਼ਰਧਾ ਬਣ ਜਾਂਦੀ ਹੈ ਜਦੋਂ ਗੁਰੂ ਘਰ 'ਚੋਂ ਕੋਈ ਵੀ ਬੰਦਾ ਅਣਜਾਣ ਆਵੇ ਗੁਰੂ ਘਰ 'ਚ, ਜਦੋਂ ਆਪਾਂ ਨੂੰ ਮਹਾਰਾਜ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ, ਕਿਸੇ ਦਾ ਦੁੱਖ ਦੂਰ ਹੋ ਜਾਂਦਾ ਹੈ। ਇਹ ਤਾਂ ਬਹੁਤ ਸਾਖੀਆਂ ਨੇ, ਜਿੱਦਾਂ ਕਿ ਕੈਨੇਡਾ ਦੇ ਵਿੱਚ ਉਹ ਸੀਗਾ ਸਾਇੰਸਿਸਟ ਸੀ ਇੱਕ, ਉਹ ਕਹਿੰਦਾ ਮੈਂ ਰੱਬ ਨੂੰ ਨਹੀਂ ਮੰਨਦਾ ਜੀ, ਰੱਬ ਨੂੰ ਨਹੀਂ ਮੰਨਦਾ, ਅਤੇ ਉਹ ਉੱਥੋਂ ਆਇਆ ਸੀਗਾ, ਸੁਣਨ 'ਚ ਦੇਖੋ, ਉੱਥੋਂ ਆਇਆ ਤੇ ਕਿਸੇ ਨੇ ਕਿਹਾ ਵੀ ਜਾ ਕੇ ਗੋਲਡਨ ਟੈਂਪਲ ਜਾ ਕੇ ਸੇਵਾ ਕਰਾ ਸ੍ਰੀ ਅਖੰਡ ਪਾਠ ਸਾਹਿਬ ਦੀ, ਤੇ ਉਹਨੇ ਸੇਵਾ ਕਰਵਾਈ ਤੇ ਉਹਦਾ ਦੁੱਖ ਦੂਰ ਹੋ ਗਿਆ ਤੇ ਸ਼ਰਧਾ ਬਣ ਗਈ ਕਿ ਨਾ। ਉਹੀ ਬੰਦਾ ਇਹ ਗੱਲ ਕਹਿੰਦਾ ਸੀ ਵੀ ਰੱਬ ਹੈ ਨਹੀਂ, ਪਹਿਲਾਂ ਕਹਿੰਦਾ ਸੀ ਨਾ ਵੀ ਰੱਬ ਹੈ ਨਹੀਂ, ਫਿਰ ਉਹੀ ਬੰਦਾ ਇਹ ਗੱਲ ਕਹਿੰਦਾ ਸੀ, ਕਹਿੰਦਾ ਰੱਬ ਹੈ ਦੁਨੀਆ 'ਤੇ, ਵੀ ਦੁਨੀਆ 'ਤੇ ਰੱਬ ਹੈ। ਇਸ ਤਰ੍ਹਾਂ ਫਿਰ ਸ਼ਰਧਾ ਬਣ ਜਾਂਦੀ ਹੈ ਜੀ ਜੀ। ਇਸ ਤਰ੍ਹਾਂ ਦੀਆਂ तमाम ਹੋਰ ਵੀ ਧਾਰਮਿਕ ਅਸਥਾਨ ਨੇ ਜਿਹੜੇ ਉਹ ਵੀ ਤੁਹਾਡੇ ਸਨਮੁਖ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।